ਟਹਿ ਕੇ ਚਰਨੀ ਪਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲੋਂ ਇਹੀ ਮੰਗ ਕੀਤੀ, ਗਰੀਬ ਨਵਾਜ ਕਿਰਪਾ ਕਰੋ, ਸਾ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ। ਉਹ ਕੋਏ ਨਾ ਪਹੁੰਚਣਾ ਹਾਰਾ ਦੂਜਾ, ਆਪਣੇ ਸਾਹਿਬ ਕਾ ਪ੍ਰਵਾਸਾ। ਇਹ ਗਰੀਬ ਨਵਾਜ, ਆਪ ਤੋਂ ਬਿਨਾਂ ਮੇਰਾ ਕੋਈ ਨਹੀਂ, ਕਿਰਪਾ ਕਰਕੇ ਹੁਣ ਖਿਮਾ ਕਰੋ, ਮੈਨੂੰ ਇਸ ਭੁੱਲਣ ਹਾਰੇ ਨੂੰ ਬਖਸ਼ ਲਓ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਚਰਨੀ ਢਿਆ ਪਿਆ ਦੇ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਰਹਿਮਤਾਂ ਦੀ ਵਰਖਾ ਕੀਤੀ, ਹੋਰ ਗੁਣਾਂ ਦਾ ਪ੍ਰਵੇਸ਼ ਕੀਤਾ। ਉਸੇ ਹੀ ਸਹੁ ਸੁਹਾਗਣ ਨੂੰ ਉਸੇ ਥਾਂ ਤੇ ਬਿਠਾ ਕਰਕੇ ਗੁਰਸਿੱਖੀ ਦੇ ਪ੍ਰਚਾਰਕ ਬਣਾ ਕੇ ਧਰਮ ਦਾ ਪ੍ਰਚਾਰ ਕਰਨ ਵਿੱਚ ਲਗਾ ਦਿੱਤਾ ਹੈ। ਜਿਸ ਤਰੀਕੇ ਦੇ ਨਾਲ ਸੰਗਤਾਂ ਦੇ ਵਿੱਚ, ਦੁਨੀਆ ਦੇ ਵਿੱਚ, ਪਬਲਿਕ ਦੇ ਵਿੱਚ ਆਪੱਤੀ ਦਾ ਕਾਰਨ ਬਣਿਆ, ਹੁਣ ਪਰਮੇਸ਼ਰ ਦੇ ਰਸਤੇ ਤੇ ਚੱਲ ਕਰਕੇ ਉਹਦੇ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਉਸੇ ਸਥਾਨ ਤੋਂ ਉਹਦੀ ਇੱਜ਼ਤ ਦਾ ਕਾਰਨ ਬਣਾ ਦਿੱਤਾ। ਕਿਉਂਕਿ ਪਰਮੇਸ਼ਰ ਦਾ ਨਾਮ ਐਸਾ, ਨੀਚੋ ਉੱਚ ਕਰੇ ਮੇਰਾ ਗੋਬਿੰਦ, ਨੀਵਿਆਂ ਤੋਂ ਉੱਚੇ ਕਰ ਦਿੰਦਾ ਹੈ। ਗਰੀਬ ਨਵਾਜ ਸਾਹਿਬ ਜੀ ਨੇ ਇਹ ਬਖਸ਼ਿਸ਼ ਕੀਤੀ ਹੈ ਕਿ ਭਾਈ ਆਪਣੇ ਗੁਣਾਂ ਦਾ ਹੰਕਾਰ ਕਦੇ ਨਹੀਂ ਕਰਨਾ ਚਾਹੀਦਾ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪ੍ਰਵਾਸੇ ਰਹਿ ਕਰਕੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਉਹਦੇ ਕੋਲੋਂ ਹੋਰ ਗੁਣ ਮੰਗੀਏ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਤੇਹਾ ਕੋਈ ਨਾ ਸੁਝਈ, ਜੇ ਤਿਸ ਗੁਣ ਕੋਈ ਕਰੇ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰ ਦਿੰਦੇ ਨੇ। ਪਾਪਾਂ ਤੋਂ ਨਿਵਰਤ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਪਵਿੱਤਰ ਕਰ ਦਿੰਦੇ ਨੇ। ਫਿਰ ਉਹ ਗੁਣਾਂ ਦਾ ਪ੍ਰਵੇਸ਼ ਕਰ ਦਿੰਦੇ, ਫਿਰ ਉਹ ਵਡਿਆਈਆਂ ਬਖਸ਼ਿਸ਼ ਕਰ ਦਿੰਦੇ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇ ਨਾ, ਸੋ ਐਸਾ ਹਰ ਧਿਆਈਏ ਮੇਰੇ ਜੀਅਰੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਜਿਹੜੀ ਇੱਛਾ ਹੈ, ਜੋ ਵਡਿਆਈ ਦੀ ਇੱਛਾ ਹੈ, ਉਹ ਪਰਮੇਸ਼ਰ ਦੇ ਦਰ ਤੋਂ ਪ੍ਰਾਪਤ ਹੋ ਜਾਂਦੀ ਹੈ। ਗਰੀਬ ਨਵਾਜ ਦੇ ਅੱਗੇ ਸੇਵਕ ਵੱਲੋਂ ਅਰਦਾਸ ਹੈ, ਤੁਧ ਬਾਝ ਪਿਆਰੇ ਕੇਵ ਰਹਾ, ਸਾ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ। ਮਹਾਰਾਜ ਉਹ ਮੈਨੂੰ ਬਖਸ਼ਿਸ਼ ਕਰ ਦਿਓ, ਜਿਹਦੇ ਕਰਕੇ ਮੈਂ ਆਪ ਜੀ ਦੇ ਨਾਮ ਦੇ ਨਾਲ ਲੱਗਾ ਰਹਾ। ਦੂਜਾ ਨਾ ਹੀ ਕੋਏ, ਜਿਸ ਆਗੇ ਪਿਆਰੇ ਜਾਏ ਕਹਾਂ। ਮਹਾਰਾਜ ਕਹਿੰਦੇ ਹੋਰ ਆਪ ਤੋਂ ਬਿਨਾਂ ਦੂਜਾ ਹੈ ਕੋਈ ਨਹੀਂ, ਜਿਹਦੇ ਅੱਗੇ ਸਤਿਗੁਰੂ ਪਾਤਸ਼ਾਹ ਮਹਾਰਾਜ ਮੈਂ ਇਹ ਜਾ ਕਰਕੇ ਬੇਨਤੀਆਂ ਕਰਾਂ ਤੇ ਮੈਨੂੰ ਉਹ ਸੁੱਖ ਮਿਲਣ। ਸਤਿਗੁਰੂ ਪਾਤਸ਼ਾਹ ਮਹਾਰਾਜ ਕੇਵਲ ਆਪ ਹੀ ਆਪ ਹੋ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਇੱਕ ਨ ਮਾਟੀ ਕੂਜਰ ਚੀਟੀ ਭਾਜਨ ਹੈ, ਬਹੁ ਨਾਨਾ ਰੇ। ਸਥਾਵਰ ਦਿੰਗ ਪੀਟ ਕੀਟ ਪਤੰਗਮ, ਘਟ ਘਟ ਰਾਮ ਸਮਾਨਾ ਰੇ। ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਤੁਸੀਂ ਘਟਾਂ ਘਟਾਂ ਦੇ ਵਿੱਚ ਪਰਿਪੂਰਨ ਹੋ। ਜਿਸ ਪਾਸੇ ਦੇਖੋ ਮਾਧੋ ਤੂੰ ਠਾਕੁਰ ਸਿਰ ਮੋਰਾ, ਇਹਾ ਉਹਾ ਤੁਹਾਰੋ ਤੋਰਾ। ਹੇ ਮਾਇਆ ਦੇ ਪਤੀ ਪ੍ਰਮਾਤਮਾ, ਤੂੰ ਸਭਨਾਂ ਦਾ ਸੁਆਮੀ ਤੇ ਸਾਰਿਆਂ ਦੇ ਵਿੱਚ ਸਰੋਗਣੀ ਹੈ। ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਆਪ ਜੀ ਦਾ ਹੀ ਆਸਰਾ ਹੈ। ਊਹਾ ਹੁਕਮ ਤੁਮਾਰਾ ਸੁਣੀਐ, ਈਹਾ ਹਰ ਜਸ ਤੇਰਾ ਭਣੀਐ। ਆਪੇ ਲੇਖ ਅਲੇਖਾ, ਆਪੇ ਤੁਮ ਸਿਓ ਨਾਹੀ ਕਿਛ ਝਾੜਾ। ਇਸ ਵਾਸਤੇ ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਲੋਕ ਪਰਲੋਕ ਵਿੱਚ ਇੱਕ ਪ੍ਰਭੂ ਦਾ ਆਸਰਾ ਹੈ। ਉਸੇ ਆਸਰੇ ਦੇ ਨਾਲ ਸੰਸਾਰ ਸਮੁੰਦਰ ਵਿੱਚੋਂ ਮੁਕਤੀ ਰੂਪ ਕਿਨਾਰੇ ਤੇ ਪਹੁੰਚੀ ਜਾਏ। ਹੋਰ ਕੋਈ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਆਪ ਜੀ ਤੋਂ ਬਿਨਾਂ ਕਿਸੇ ਦਾ ਆਸਰਾ ਨਹੀਂ। ਤੇ ਗਰੀਬ ਨਵਾਜ, ਸਾਡੀ ਕਲਯੁਗੀ ਜੀਵਨ ਦੀ ਹਾਲਤ ਇਹ ਹੈ, ਕੀਤੇ ਕੋ ਮੇਰਾ ਸਨਮਾਨੈ, ਕਰਨ ਹਾਰ ਤ੍ਰਿਣ ਜਾਣੈ। ਦਾਤ ਪਿਆਰੀ ਵਿਸਰਿਆ ਦਾ ਤਾਰਾ, ਜਾਣੈ ਨਾਹੀ ਮਰਨ ਵਿਸਾਰਾ। ਮੈਂ ਉਹ ਭੁਲਾ ਹੀ ਦਿੱਤਾ ਆਪਣਾ ਮੌਤ ਦਾ ਦਿਨ, ਜੋ ਅਣਜਾਣ ਹੋ ਕਰਕੇ ਐਸੀ ਹਾਲਤ ਦੇ ਵਿੱਚ ਜੋ ਪੈਦਾ ਕੀਤਾ ਹੋਇਆ ਹੈ। ਪ੍ਰਮਾਤਮਾ ਤੇਰਾ ਗੁਣ ਉਹ ਭੁੱਲ ਗਿਆ। ਜਿਹੜੇ ਮੈਂ ਕਰਮ ਕੀਤੇ ਉਹ ਸਮਝਦਾ ਕਿ ਇਹ ਮੈਂ ਹੀ ਕੀਤੇ ਨੇ। ਇਹ ਨਹੀਂ, ਸਤਿਗੁਰੂ ਪਾਤਸ਼ਾਹ ਇਸ ਤੋਂ ਭੁੱਲ ਚੁੱਕਾ ਹਾਂ
ਕਿ ਤੂੰ ਭੰਨਣ ਘੜਨ ਸਮਰੱਥ ਦਾਤਾਰ ਹੈ, ਤੁਧ ਅੱਗੇ ਮੰਗਣ ਨੂੰ ਹੱਥ ਜੋੜ ਖਲੀ ਸਭ ਕੋਈ ਤੇਰੇ ਪਾਸੋਂ, ਸਭ ਤੁਧੇ ਪਾਸੋਂ ਮੰਗਦੇ ਨਿਤ ਕਰ ਅਰਦਾਸ। ਇਹ ਭੁੱਲ ਚੁੱਕਾ ਸੀ, ਜਿਸ ਕਰਕੇ ਮੇਰੀ ਇਹ ਅਵਸਥਾ ਹੋ ਗਈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਤੁਝ ਦੂਜਾ ਨਾ ਹੀ ਕੋਈ, ਜਿਸ ਆਗਿਆ ਪਿਆਰੇ ਜਾਏਗਾ। ਮਹਾਰਾਜ ਜੀ ਉਹ ਆਪ ਜੀ ਤੋਂ ਬਿਨਾਂ ਹੋਰ ਦੂਜਾ ਕੋਈ ਨਹੀਂ। ਕਿਸ ਦੇ ਅੱਗੇ ਜਾ ਕਰਕੇ ਮੈਂ ਇਹ ਬੇਨਤੀਆਂ ਕਰਾਂ। ਸਤਿਗੁਰੂ ਮਹਾਰਾਜ ਰਹਾਉ ਦੇ ਕਰਕੇ ਉਪਦੇਸ਼ ਬਖਸ਼ਿਸ਼ ਕਰਦੇ ਨੇ, ਸੇਵੀ ਸਾਹਿਬ ਆਪਣਾ ਅਵਰ ਨ ਜਾਚੋ ਕੋਏ। ਇਹ ਪ੍ਰਮਾਤਮਾ, ਇਹ ਮਾਲਕ, ਮੇਰਾ ਆਪ ਤੋਂ ਬਿਨਾਂ ਹੋਰ ਦੂਜਾ ਕੋਈ ਨਹੀਂ। ਸੇਵੀ ਸਾਹਿਬ ਆਪਣਾ ਅਵਰ ਨ ਜਾਚੋ ਕੋਏ। ਹੋਰ ਕਿਸੇ ਦੂਜੇ ਦੇ ਅੱਗੋਂ ਜਾ ਕੇ ਮੰਗਣ ਨੂੰ ਦਿਲ ਨਹੀਂ ਕਰਦਾ। ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ, ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ। ਉਸ ਦਾਤੇ ਕੋਲੋਂ ਮੰਗਣ ਦਾ ਕੋਈ ਲਾਭ ਨਹੀਂ। ਸਾਹਿਬ ਉਹ ਨਾ ਸੇਵੀ ਹੈ ਜਮ ਡੰਡ ਸਹਾਈ ਹੈ। ਭਾਈ ਗੁਰਦਾਸ ਜੀ ਕਹਿੰਦੇ ਉਸ ਸਾਹਿਬ ਦੇ ਕੋਲੋਂ, ਉਸ ਮੰਗਣ ਦੇ ਕੋਲੋਂ ਉਹਦੀ ਸੇਵਾ ਕਰਨ ਦਾ ਕੀ ਲਾਭ ਹੈ, ਜੇ ਦੁਬਾਰਾ ਜਮਾਂ ਦੀ ਮਾਰ ਹੀ ਸਹਾਰਨੀ ਪਵੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਉਸ ਸਾਹਿਬ ਨੂੰ ਸਿਮਰੋ, ਉਸ ਸਾਹਿਬ ਦੀ ਸੇਵਾ ਕਰੋ, ਜਿਸ ਦੀ ਸੇਵਾ ਕੀਤੀ, ਸਾਧ ਸੇਵਾ ਕੀਤੀ ਸਫਲ ਹੈ। ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਤਸੰਭਲ ਭੰਨੇ। ਉਸ ਸਾਹਿਬ ਮਾਲਕ ਦੀ ਸੇਵਾ ਕਰੀਏ, ਜਿਸ ਦੀ ਸੇਵਾ ਕਰਨ ਦੇ ਨਾਲ ਮਾਲਕ ਪ੍ਰਸੰਨ ਹੋ ਜਾਵੇ, ਤੇ ਪ੍ਰਸੰਨ ਹੋ ਕਰਕੇ ਜਨਮਾਂ ਜਨਮਾਂਤਰਾਂ ਦੇ ਪਾਪ ਕੱਟ ਦੇ, ਫਿਰ ਜਮਾਂ ਦੀ ਮਾਰ ਨਾ ਸਹਾਰਨੀ ਪਵੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਅਵਰ ਨਾ ਜਾਚੋ ਕੋਏ। ਸੇਵੀ ਸਾਹਿਬ ਆਪਣੀ, ਆਪਣੇ ਮਾਲਕ ਦੀ, ਆਪਣੇ ਸਾਹਿਬ ਦੀ ਸੇਵਾ ਕਰੀਏ ਨਿਸ਼ਕਾਮ ਹੋ ਕਰਕੇ। ਸਤਿਗੁਰੂ ਪਾਤਸ਼ਾਹ ਮਹਾਰਾਜ ਉਪਦੇਸ਼ ਬਖਸ਼ਦੇ ਨੇ, ਜਿਵੇਂ ਕੋਈ ਵਿਅਕਤੀ ਕਾਮਨਾ ਦੇ ਸਹਿਤ ਹੋ ਕੇ ਮੰਗਦਾ ਹੈ ਤੇ ਕੋਈ ਨਿਸ਼ਕਾਮ ਹੋ ਕੇ ਮੰਗਦਾ ਹੈ। ਦੋ ਤਰ੍ਹਾਂ ਦੇ ਕਰਮ ਨੇ, ਇੱਕ ਨਿਮਿਤ ਕਰਮ ਤੇ ਇੱਕ ਨਿਤ ਕਰਮ। ਨਿਤ ਕਰਮ ਦੇ ਵਿੱਚ ਅਸੀਂ ਜੋ ਆਪਣਾ ਨਿਤਨੇਮ ਕਰਦੇ ਹਾਂ, ਬਾਣੀਆਂ ਪੜ੍ਹਦੇ ਹਾਂ, ਉਹ ਸਾਡਾ ਨਿਤ ਦਾ ਕਰਮ ਹੈ। ਉਹਦੇ ਵਿੱਚ ਕੋਈ ਮੰਗਣ ਦੀ ਇੱਛਾ ਨਹੀਂ ਹੈ। ਉਹ ਨਿਸ਼ਕਾਮ ਕਰਮਾਂ ਦੇ ਵਿੱਚ ਆ ਜਾਂਦਾ ਹੈ। ਅੰਮ੍ਰਿਤ ਵੇਲੇ ਉੱਠਣਾ, ਰੱਬ ਕਰਨਾ, ਜਪਜੀ ਸਾਹਿਬ ਦਾ ਪਾਠ ਪੜ੍ਹਨਾ, ਗੁਰਦੁਆਰੇ ਜਾਣਾ, ਮੱਥਾ ਟੇਕਣਾ, ਇਸ਼ਨਾਨ ਕਰਨਾ, ਭੋਜਨ ਖਾਣਾ, ਲੀੜਾ ਕੱਪੜਾ ਪਾਉਣਾ, ਸਵੱਛ ਹੋਣਾ, ਇਹ ਸਾਡੇ ਨਿਤ ਦੇ ਕਰਮ ਨੇ। ਰੋਟੀ ਖਾਣੀ, ਪਾਣੀ ਪੀਣਾ, ਪਰਮੇਸ਼ਰ ਨੂੰ ਯਾਦ ਕਰਨਾ, ਸੰਧਿਆ ਦੇ ਸਮੇਂ ਰਹਿ ਰਸ ਕਰਨੀ, ਸੌਣ ਸਮੇਂ ਕੀਰਤਨ ਸੋਹਿਲਾ ਕਰਨਾ, ਇਹ ਸਾਡੇ ਨਿਤ ਦੇ ਕਰਮ ਨੇ। ਹੁਣ ਨਿਤ ਦੇ ਕਰਮ ਦੇ ਵਿੱਚ ਸਾਡੀ ਕੋਈ ਕਾਮਨਾ ਨਹੀਂ ਹੁੰਦੀ, ਉਹ ਨਿਸ਼ਕਾਮ ਹੀ ਹੁੰਦੇ ਨੇ। ਇੱਕ ਹੁੰਦਾ ਨਿਮਿਤ ਕਰਮ, ਜਿਹੜਾ ਕਿਸੇ ਖਾਸ ਕਾਰਜ ਵਾਸਤੇ ਪ੍ਰਮੁੱਖ ਰੱਖ ਕੇ ਕੀਤਾ ਜਾਵੇ। ਅਖੰਡ ਪਾਠ ਸਾਹਿਬ ਕੀਤਾ, ਉਸ ਦੇ ਵਿੱਚ ਸਾਡੀ ਇੱਛਾ ਹੈ ਦਾਤੇ ਕੋਲੋਂ ਮੰਗਣ ਦੀ, ਕੋਈ ਸੁਖਣਾ ਹੈ, ਉਸ ਦੇ ਪਰਥਾਏ ਕੀਤਾ ਗਿਆ ਹੈ। ਸਹਿਜ ਪਾਠ ਕੀਤਾ, ਉਸ ਦੇ ਪਰਥਾਏ ਕੋਈ ਇੱਛਾ ਹੈ। ਸੁਖਮਨੀ ਸਾਹਿਬ ਦਾ ਪਾਠ ਕੀਤਾ, ਕੋਈ ਇੱਛਾ ਹੈ। ਘਰ ਦੇ ਵਿੱਚ ਕੋਈ ਕਾਰਜ ਆਰੰਭ ਕਰਾਇਆ, ਕੋਈ ਇੱਛਾ ਹੈ। ਨਿਮਿਤ ਕਰਮ, ਕੋਈ ਗੁਰਪੁਰਬ ਕੀਤਾ, ਉਹ ਕੋਈ ਇੱਛਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਇਹਨਾਂ ਕਰਮਾਂ ਤੋਂ ਬਿਨਾਂ ਹੋ ਕਰਕੇ, ਨਿਸ਼ਕਾਮ ਕਰਮ ਹੋ ਕਰਕੇ ਕਰਮ ਕਰ। ਜਦੋਂ ਮਾਲਕ ਦੀ ਸੇਵਾ ਵਿੱਚ ਤਤਪਰ ਹੋਣਾ, ਕੋਈ ਕਾਮਨਾ ਹਿਰਦੇ ਦੇ ਅੰਦਰ ਨਾ ਆਵੇ। ਕਾਮਨਾ ਤੋਂ ਰਹਿਤ ਹੋ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸਿਮਰ। ਫਿਰ ਸਤਿਗੁਰੂ ਮਹਾਰਾਜ ਕਹਿੰਦੇ ਸੇਵੀ ਸਾਹਿਬ ਆਪਣਾ। ਐਸੇ ਮਾਲਕ ਦੀ ਨਿਸ਼ਕਾਮ ਹੋ ਕਰਕੇ ਸੇਵਾ ਕਰੇਗਾ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਫਿਰ ਅਵਰ ਨਾ ਜਾਚੋ ਕੋਏ, ਫਿਰ ਹੋਰ ਕਿਸੇ ਤੋਂ ਮੰਗਣ ਦੀ ਲੋੜ ਨਹੀਂ ਪੈਣੀ। ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਸਤਿਗੁਰੂ ਮਹਾਰਾਜ ਕਹਿੰਦੇ ਫਿਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਹੀ ਉਹ ਪ੍ਰਾਪਤੀ ਹੋ ਜਾਣੀ, ਜਿਸ ਨੇ ਸਾਰੇ ਪਦਾਰਥਾਂ ਨੂੰ ਦੇਣਾ। ਗਰੀਬ ਨਵਾਜ ਕਹਿੰਦੇ ਫਿਰ ਜਦੋਂ ਪਰਮੇਸ਼ਰ ਦੀ ਉਹ ਪ੍ਰਾਪਤੀ ਹੋ ਗਈ, ਫਿਰ ਕਿਸੇ ਨੂੰ ਮੰਗਣ ਦੀ ਲੋੜ ਨਹੀਂ ਪੈਣੀ, ਫਿਰ ਸਾਰੇ ਕਰਮ ਪੂਰੇ ਹੋ ਜਾਣੇ ਨੇ।
वो अकाल पुरख वाहिगुरु परमेश्वर फिर आप ही सारे कार्यों करने वाला समर्थ है। इस वास्ते सतगुरु महाराज कहते कि उस अकाल पुरख वाहिगुरु परमेश्वर की आराधन के नाल सेवा करने नाल भाई सारिया वस्तुआं प्राप्त हो जांदियां ने। नानक ता का दास है बिंद बिंद चुक चुक होए। ते उस अकाल पुरख वाहिगुरु परमेश्वर तो जिहदे अगों दोबारा मंगण की लोड़ नहीं पैनी। मूसे पैगंबर ने खुदा दे नाल मित्रता सी ते खुदा दे कोलों रोजाना मंगया करे कि हे खुदा मैं तेरी शरण दे विच हाँ, मैं तेरे नाल मित्रता पाई है, मैनू ये गुल दस तू मैनू क्यों नहीं कोई ये सेवा बख्शिश दिंदा। तो खुदा कह लगा तेरे वास का काम नहीं, ये तो सानू आप ही पूरा कर लेंगे, तेरे तो पूरा नहीं होना। तो मूसा पैगंबर कह लगा मेरे तो क्यों नहीं होना, तुसी कारकता दियो। एक नगर की रोजी का प्रबंध मूसे पैगंबर को दिता गया। जदों मूसा पैगंबर सबना रोजी देन लगा, दिंदा दिंदा दो जाणियां नूं रोजी ना दिती। एक जो पाप करता है, एक निखित कर्म करता है, जान करके कि ये बहुत पाप कमाते हैं, इन्हां नूं रोजी नहीं देनी। वापस आ गया, खुदा कहने लगे सारे रोजी दे दी। कहने लगा हाँ जी सारे देती, पर दो जाने दी पाप करते सी, निखित कर्म करते सी। कहने लगे तेरा कर्म रोजी देण दा सी, किसी के पाप या निखित कर्म देखण दा नहीं सी। तू केवल अपना कर्म पूरा करना सी। परमेश्वर कह लगे जे असी लोगों के कर्म देख करके रोजी देण लगीए फिर तो अद्धों वध दुनिया भुखी मर जाए। अध तो वध लोग यही कर्म करते हैं, किसी के कर्मां नूं देख करके रोजी नहीं दिंदे। इस वास्ते मूसा पैगंबर भी बड़ा चलाक सी, अपने कोल एक कीड़ा बंद करके रखा होया, पता सी कि खुदा सवाल ना करते हैं। वो कीड़ा डब्बी चो कढ़िया तो कहने लगा कि इनू तुसी रोजी दे दी। कहने लगे इसके मूँह च देख। जद देखा तो शक्कर का दाना उसके मूँह में देख करके हैरान हो गया कि ये खुदा वाकई जो कर्म तुसी करते हो और कोई कर नहीं सकता। इस वास्ते वो अकाल पुरख वाहिगुरु परमेश्वर जिसने सारियां नूं बिना मंगण तो सारिया वस्तुआं दित्तियां ने, फिर उस तो बिना होर किसी मंगण तो सानू लाज होनी चाहिए। मनुख के हाथों वाल देखता रहिंदा है, कदे उसने आसरा तकिया नहीं परमेश्वर के दर का कि सारिया वस्तुआं इतों प्राप्त होनियां ने। प्रभ की शरण सगल पहला थे, दुख बिनसे सुख पाया। दयालु अपार ब्रह्म स्वामी पूरा सतगुर ते आया। दद्दा दाता एक है सबको देवण हार, देंदे टोट न आवे अनर्थ भरे भंडार। उस अकाल पुरख वाहिगुरु परमेश्वर के अगणत भंडारे भरे पे ने। जाचक मंगै दान दे प्यारिया, देवनहार दा तार मैं नित चितारिया। निखुट न जाई मूल अतुल भंडारिया, नानक शब्द अपार तिन सब किछ सारिया। जिसदा दिता खावना तिस कहिए साबास, नानक हुक्म न चलई नाल खसम चलै अरदास। एक नानक की अरदास जे तुद भाव सी, मैं तीजा नाम निवास हर गुण गाव सी। ऐसे अकाल पुरख वाहिगुरु परमेश्वर को भुल करके को हन्ने दी को बन्ने दी किते ढोल ढमक्का सरवर का, वो सरवर दे पुजारी बन के बैठ जाते हैं, कोई किसी की आस रख के बैठ जाता। सतगुरु पातशाह महाराज कहते ताको बिगड़ना को लागे जो सतगुरु अपने राखे। जिन्होंने प्रवासा अपने मालिक का है फिर उन्होंने कोई बिघन नहीं लगता। सतगुरु पातशाह महाराज साहब जी के समय भाई जल्लण जी होए ने। भाई जल्लण जिन्होंने
ਆਪਣਾ ਸਾਦਾ ਜਿਹਾ ਜੀਵਨ ਬਤੀਤ ਕੀਤਾ।